ਇਸ ਵੀਡੀਓ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਆਪਾਂ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ ਕਿ ਫੰਕਸ਼ਨਸ ਇਨ ਸੀ ਕੀ ਹੁੰਦੇ ਨੇ, ਫੰਕਸ਼ਨਸ ਦਾ ਕੀ ਯੂਜ਼ ਹੈ। ਫੰਕਸ਼ਨ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗੀ ਫੰਕਸ਼ਨ ਕੀ ਹੁੰਦਾ। ਫੰਕਸ਼ਨ ਜਿਵੇਂ ਆਪਾਂ ਕਹਿੰਦੇ ਕੋਈ ਕੰਮ ਕਰਨਾ, ਕਿਸੇ ਚੀਜ਼ ਨੂੰ ਕੋਈ ਆਪਾਂ ਫੰਕਸ਼ਨ ਕਰਦੇ ਹਾਂ, ਇੱਕ ਕੰਮ ਦੇ ਬਾਰੇ ਪਰਟੀਕੂਲਰ ਇੱਕ ਫੰਕਸ਼ਨ ਦੇ ਬਾਰੇ, ਉਸ ਕੋਡ ਨੂੰ ਆਪਾਂ ਇੱਕ ਬਲੋਕ ਦੇ ਵਿੱਚ ਲਿਖਦੇ ਹਾਂ ਅਤੇ ਉਸ ਤੋਂ ਆਪਾਂ ਜੋ ਰਿਜ਼ਲਟ ਕਰਦੇ ਹਾਂ ਉਹਨੂੰ ਆਪਾਂ ਫੰਕਸ਼ਨ ਕਹਿੰਦੇ ਹਾਂ। ਉਸ ਨੂੰ ਆਪਾਂ ਇੱਕ ਜਾਂ ਇੱਕ ਤੋਂ ਵੱਧ 0 1 ਤੋਂ ਵੱਧ ਇਨਪੁਟਸ ਦੇ ਸਕਦੇ ਹਾਂ ਅਤੇ ਉਸ ਇਨਪੁਟਸ ਨੂੰ ਆਪਾਂ ਪ੍ਰੋਸੈਸ ਕਰਨ ਤੋਂ ਬਾਅਦ ਆਪਾਂ ਇੱਕ ਡੇਟਾ ਰਿਟਰਨ ਕਰਦੇ ਹਾਂ। ਫੰਕਸ਼ਨ ਦੇ ਵਿੱਚ ਇੱਕ ਹੀ ਡੇਟਾ ਰਿਟਰਨ ਕਰਦੇ ਆ, ਉਹਨੂੰ ਫੰਕਸ਼ਨ ਕਹਿੰਦੇ ਨੇ। ਫੰਕਸ਼ਨ ਦੇ ਕੁਝ ਸਾਈਡ ਇਫੈਕਟ ਵਗੈਰਾ ਵੀ ਹੋ ਸਕਦੇ ਨੇ। ਹੁਣ ਆਪਾਂ ਦੇਖਦੇ ਹਾਂ ਕਿ ਫੰਕਸ਼ਨ ਦੇ ਵਿੱਚ ਜਿਵੇਂ ਸਭ ਤੋਂ ਪਹਿਲਾਂ ਫੰਕਸ਼ਨ ਦੀ ਜੇ ਆਪਾਂ ਡੈਫੀਨੇਸ਼ਨ, ਪ੍ਰੋਗਰਾਮ ਇਜ਼ ਮੇਡ ਆਫ ਵਨ ਔਰ ਮੋਰ ਫੰਕਸ਼ਨ। ਕੋਈ ਵੀ ਪ੍ਰੋਗਰਾਮ ਜੋ ਬਣਦਾ ਇੱਕ ਜਾਂ ਇੱਕ ਤੋਂ ਵੱਧ ਫੰਕਸ਼ਨ ਤੋਂ ਦੁਬਾਰਾ ਬਣਦਾ ਹੈ। ਜਿਵੇਂ ਆਪਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਦੇਖਿਆ, ਜਦੋਂ ਆਪਾਂ ਸੀ ਕੋਡ ਲਿਖਦੇ ਹਾਂ ਤਾਂ ਇੱਕ ਮੇਨ ਫੰਕਸ਼ਨ ਹੁੰਦਾ ਹੈ। ਮੇਨ ਫੰਕਸ਼ਨ ਸਭ ਤੋਂ ਪਹਿਲਾ ਫੰਕਸ਼ਨ ਹੁੰਦਾ ਜਿਹੜਾ ਐਗਜ਼ੀਕਿਊਟ ਹੁੰਦਾ ਸੀ ਪ੍ਰੋਗਰਾਮਿੰਗ ਦੇ ਵਿੱਚ। ਜਦੋਂ ਵੀ ਕੰਪਾਈਲਰ ਐਗਜ਼ੀਕਿਊਟ ਕਰੂਗਾ ਮੇਨ ਫੰਕਸ਼ਨ ਨੂੰ ਕਰੂਗਾ, ਉਸ ਤੋਂ ਬਾਅਦ ਜੋ ਆਪਾਂ ਆਪਦੇ ਯੂਜ਼ਰ ਡਿਫਾਈਨਡ ਫੰਕਸ਼ਨ ਲਿਖੇ ਹੋਣਗੇ ਉਹਨਾਂ ਨੂੰ ਆਪਾਂ ਕਾਲ ਕਰਕੇ ਚੀਜ਼ਾਂ ਪਰਫੋਰਮ ਕਰ ਸਕਦੇ ਹਾਂ। ਜਿਵੇਂ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਕਿ ਸਭ ਤੋਂ ਪਹਿਲਾਂ ਮੇਨ ਫੰਕਸ਼ਨ ਪਰਫੋਰਮ ਹੋ ਰਿਹਾ। ਇਹ ਫੰਕਸ਼ਨ ਕਿਸੇ ਹੋਰ ਫੰਕਸ਼ਨ ਨੂੰ ਕਾਲ ਕਰੂਗਾ, ਉਹ ਫੰਕਸ਼ਨ ਕਿਸੇ ਹੋਰ ਫੰਕਸ਼ਨ ਨੂੰ ਕਾਲ ਕਰ ਸਕਦਾ ਹੈ। ਜੋ ਲਾਸਟ ਵਾਲਾ ਫੰਕਸ਼ਨ ਹੋਊਗਾ ਉਹ ਕੁਛ ਡੇਟਾ ਆਪਾਂ ਨੂੰ ਰਿਟਰਨ ਕਰੂਗਾ ਜੋ ਉਸ ਤੋਂ ਪਹਿਲਾਂ ਵਾਲੇ ਫੰਕਸ਼ਨ ਦੇ ਵਿੱਚ ਯੂਜ਼ ਕੀਤਾ ਜਾਊਗਾ, ਅਤੇ ਉਹ ਡਾਟਾ ਦੁਬਾਰਾ ਮੇਨ ਫੰਕਸ਼ਨ ਨੂੰ ਵੀ ਰਿਟਰਨ ਕੀਤਾ ਜਾ ਸਕਦਾ ਹੈ। ਐਂਡ 'ਤੇ ਜੋ ਮੇਨ ਫੰਕਸ਼ਨ ਹੈ ਉਹ ਰਿਟਰਨ 0 ਕਰੂਗਾ ਕਿ ਕੰਪਾਈਲਰ ਨੂੰ ਕਿ ਸਾਰੀ ਐਗਜ਼ੀਕਿਊਸ਼ਨ ਪ੍ਰੋਪਰ ਤਰੀਕੇ ਨਾਲ ਹੋ ਗਈ। ਜਿਵੇਂ ਤੁਸੀਂ ਫਲੋ ਚਾਰਟ ਦੇ ਲਈ ਡਿਫਰੈਂਟ ਫੰਕਸ਼ਨ ਦਿੱਤੇ ਹੋਏ ਨੇ, ਇੱਕ ਫੰਕਸ਼ਨ ਨੇ ਦੂਸਰੇ ਫੰਕਸ਼ਨ ਨੂੰ ਕਾਲ ਕੀਤਾ, ਦੂਸਰੇ ਨੇ ਤੀਸਰੇ ਨੂੰ ਕੀਤਾ, ਉਹਨਾਂ ਦਾ ਰਿਜ਼ਲਟ ਇਕੱਠਾ ਕਰਕੇ ਬੈਕ ਜਿਸ ਫੰਕਸ਼ਨ ਵਿੱਚੋਂ ਕੋਲਿੰਗ ਕੀਤੀ ਗਈ ਹੈ ਉਸ ਫੰਕਸ਼ਨ ਦੇ ਵਿੱਚ ਆ ਜਾਂਦੀ ਹੈ ਅਤੇ ਇਹ ਦੁਬਾਰਾ ਮੇਨ 'ਚ ਵੀ ਰਿਟਰਨ ਹੋ ਸਕਦਾ ਹੈ। ਇਹ ਇੱਕ ਸਟਰਕਚਰ ਚਾਰਟ ਹੈ ਸੀ ਪ੍ਰੋਗਰਾਮ ਦਾ, ਜਿਸ ਤਰ੍ਹਾਂ ਨਾਲ ਕੋਈ ਵੀ ਪ੍ਰੋਗਰਾਮ ਫਲੋ ਐਗਜ਼ੀਕਿਊਸ਼ਨ ਹੁੰਦੀ ਹੈ ਉਹਦੀ ਫਲੋ ਦੇ ਵਿੱਚ। ਹੁਣ ਆਪਾਂ ਗੱਲ ਕਰਦੇ ਹਾਂ ਕਿ ਫੰਕਸ਼ਨ ਇਨ ਸੀ ਹੈਵ ਅ ਰਿਟਰਨ ਵੈਲੂ ਔਰ ਸਾਈਡ ਇਫੈਕਟ ਔਰ ਰਿਪੋਰਟ। ਹਰ ਕਿਸੇ ਵੀ ਸੀ ਫੰਕਸ਼ਨ ਦੇ ਵਿੱਚ ਇੱਕ ਰਿਟਰਨ ਵੈਲੂ ਹੁੰਦੀ ਹੈ, ਜਾਂ ਫਿਰ ਆਪਾਂ ਵਾਈਡ ਦੇ ਨਾਲ ਬਿਨਾਂ ਕਿਸੇ ਰਿਟਰਨ ਦੇ ਸਿਰਫ ਪ੍ਰਿੰਟ ਸਟੇਟਮੈਂਟਸ ਕਰਨੀ ਹੈ, ਕੁਛ ਉਹ ਪ੍ਰਿੰਟ ਕਰਾਉਣਾ ਤਾਂ ਉਹ ਵੀ ਲਿਖ ਸਕਦੇ ਹਾਂ। ਸਾਈਡ ਇਫੈਕਟ ਅਕਰਸ ਬਿਫੋਰ ਦਾ ਵੈਲੂ ਇਜ਼ ਰਿਟਰਨਡ। ਕੋਈ ਵੀ ਸਾਈਡ ਇਫੈਕਟ ਮਤਲਬ ਜਦੋਂ ਆਪਾਂ ਫੰਕਸ਼ਨ ਲਿਖਦੇ ਹਾਂ ਉਸ ਫੰਕਸ਼ਨ ਦੇ ਵਿੱਚ ਕੋਈ ਪ੍ਰੋਬਲਮ ਹੋਵੇ, ਕੋਈ ਸਾਈਡ ਇਫੈਕਟ ਆ ਜਾਏ, ਕੋਈ ਕੋਡ ਗਲਤ ਲਿਖਿਆ ਗਿਆ, ਉਹ ਉਸ ਦੇ ਵਿੱਚ ਫੰਕਸ਼ਨ ਦੇ ਵਿੱਚ ਹੋ ਸਕਦਾ ਹੈ ਕਿ ਵੈਲਿਊ ਰਿਟਰਨ ਕਰਨ ਤੋਂ ਪਹਿਲਾਂ ਹੀ ਉਹਦੇ ਵਿੱਚ ਇਹੋ ਜਿਹੀ ਕੋਈ ਗਲਤ ਐਗਜ਼ੀਕਿਊਸ਼ਨ ਹੋ ਸਕਦੀ ਹੈ ਜਿਸ ਦੇ ਨਾਲ ਕਿ ਰਿਟਰਨ ਸਟੇਟਮੈਂਟ ਐਗਜ਼ੀਕਿਊਟ ਹੀ ਨਹੀਂ ਹੋਊਗੀ। ਉਹ ਕੰਪਾਈਲਰ ਦੇ ਵਿੱਚ ਐਰਰ ਚਲਾ ਜਾਊਗਾ, ਉਸ ਦੇ ਨਾਲ ਐਰਰ ਕੋਡ ਆਪਾਂ ਨੂੰ ਦਿਖ ਜੂਗਾ ਕਿ ਕੀ ਫੰਕਸ਼ਨ ਦਾ ਐਰਰ ਹੈ, ਕੀ ਗਲਤੀ ਕੀਤੀ ਗਈ ਹੈ। ਹੁਣ ਜਿਵੇਂ ਆਪਾਂ ਇੱਥੇ ਫੰਕਸ਼ਨ ਦੀ ਇੱਕ ਸਟਰਕਚਰ ਦੇਖਦੇ ਹਾਂ ਕਿ ਆਪਾਂ ਨੇ ਇੱਕ ਸਿੰਪਲ ਫੰਕਸ਼ਨ ਬਣਾਇਆ ਹੋਇਆ ਹੈ, ਇੰਟ ਸਮ ਦਾ ਫੰਕਸ਼ਨ ਬਣਾਇਆ। ਇਸ ਫੰਕਸ਼ਨ ਦੇ ਵਿੱਚ ਆਪਾਂ ਕੀ ਕੰਮ ਕਰ ਰਹੇ ਹਾਂ, ਦੋ ਨੰਬਰਾਂ ਨੂੰ ਜੋੜ ਕੇ ਤੀਸਰਾ ਇੱਕ ਨੰਬਰ ਉਹਦਾ ਰਿਟਰਨ ਕਰਾ ਰਹੇ ਹਾਂ, ਜੋ ਆਪਣਾ ਐਡ ਕਰਕੇ ਆਪਣੇ ਕੋਲ ਰਿਜ਼ਲਟ ਆਇਆ ਇਸ ਨੂੰ ਰਿਟਰਨ ਕਰਾ ਰਹੇ ਹਾਂ। ਹੁਣ ਇਸ ਦੇ ਵਿੱਚ ਜੇ ਆਪਾਂ ਇੱਕ ਵਰਡ ਦੇ ਨਾਲ ਆਪਾਂ ਚੈੱਕ ਕਰੀਏ ਤਾਂ ਸਭ ਤੋਂ ਪਹਿਲਾਂ ਇੰਟ ਲਿਖਿਆ, ਇੰਟ ਇਹ ਰਿਟਰਨ ਟਾਈਪ ਹੈ ਕਿ ਇੰਟੀਜਰ ਟਾਈਪ ਦਾ ਡਾਟਾ ਰਿਟਰਨ ਹੋਊਗਾ ਇਸ ਫੰਕਸ਼ਨ ਦੇ ਵਿੱਚ। ਸਮ ਹੈ ਉਹ ਫੰਕਸ਼ਨ ਦਾ ਨਾਮ ਹੈ। ਇੰਟ ਏ ਅਤੇ ਇੰਟ ਬੀ ਦੋ ਪੈਰਾਮੀਟਰ ਲਿਸਟ ਨੇ, ਦੋ ਪੈਰਾਮੀਟਰਸ ਨੇ ਜਿਹੜੇ ਆਪਾਂ ਨੇ ਇਸ ਫੰਕਸ਼ਨ ਨੂੰ ਪਾਸ ਕਰਾਂਗੇ। ਉਸ ਤੋਂ ਬਾਅਦ ਆਪਾਂ ਨੇ ਇੱਕ ਇੰਟੀਜਰ ਸੀ ਇੱਕ ਵੇਰੀਏਬਲ ਡਿਕਲੇਅਰ ਕੀਤਾ ਜਿਸ ਨੂੰ ਆਪਾਂ ਫੰਕਸ਼ਨ ਦਾ ਲੋਕਲ ਵੇਰੀਏਬਲ ਕਹਿੰਦੇ ਹਾਂ, ਕਿਉਂਕਿ ਇਹ ਵੇਰੀਏਬਲ ਬ੍ਰੇਸਿਸ ਦੇ ਵਿੱਚ ਹੈ, ਕਿਸੇ ਇੱਕ ਫੰਕਸ਼ਨ ਦੇ ਵਿੱਚ ਹੈ, ਇਹਦਾ ਸਕੋਪ ਕਿਸੇ ਦੂਸਰੇ ਫੰਕਸ਼ਨ ਦੇ ਵਿੱਚ ਨਹੀਂ ਹੋਊਗਾ, ਇਸ ਕਰਕੇ ਇਹ ਲੋਕਲ ਡਿਕਲੇਰੇਸ਼ਨ ਬੋਲਦੇ ਨੇ, ਲੋਕਲ ਵੇਰੀਏਬਲ ਬੋਲਦੇ ਨੇ। ਉਸ ਤੋਂ ਬਾਅਦ ਇੱਕ ਆਪਾਂ ਨੇ ਸਟੇਟਮੈਂਟ ਲਿਖੀ ਹੈ ਸੀ ਇਕੁਅਲਸ ਟੂ A+B। ਇਸ ਦੇ ਵਿੱਚ ਆਪਾਂ ਦੋਨਾਂ ਨੰਬਰਾਂ ਨੂੰ A+B ਨੂੰ ਐਡ ਕਰਕੇ ਸੀ ਦੇ ਵਿੱਚ ਪਾ ਲਿਆ। ਉਸ ਤੋਂ ਬਾਅਦ ਆਪਾਂ ਕੀ ਕਰਾਂਗੇ, ਰਿਟਰਨ ਸੀ, ਕਿ ਇਹ ਸਮ ਦੇ ਵਿੱਚ ਫੰਕਸ਼ਨ ਦੇ ਵਿੱਚੋਂ ਜੋ ਆਪਣਾ ਰਿਜ਼ਲਟ ਸੀ ਉਹਨੂੰ ਰਿਟਰਨ ਕਰ ਦਾਂਗੇ ਜਿੱਥੋਂ ਇਹ ਫੰਕਸ਼ਨ ਕੋਲ ਕੀਤਾ ਗਿਆ, ਇਹਨੂੰ ਆਪਾਂ ਰਿਟਰਨ ਸਟੇਟਮੈਂਟ ਬੋਲਦੇ ਹਾਂ। ਹੁਣ ਇਹਨੂੰ ਇਕੱਲੀ ਆਪਾਂ ਚੀਜ਼ ਨੂੰ ਚੈੱਕ ਕਰਦੇ ਹਾਂ ਕਿ ਫੰਕਸ਼ਨ ਦੀ ਡੈਫੀਨੇਸ਼ਨ ਕੀ ਹੁੰਦੀ ਹੈ, ਅਲੱਗ ਪਾਰਟ ਕਿਹੜੇ ਨੇ। ਇਸ ਜੇ ਆਪਾਂ ਉਹਨੂੰ ਜਨਰਲ ਟਰਮ ਦੇ ਵਿੱਚ ਡਿਫਾਈਨ ਕਰਨਾ ਹੋਵੇ ਤਾਂ ਫੰਕਸ਼ਨ ਨੂੰ ਆਪਾਂ ਇਸ ਤਰੀਕੇ ਨਾਲ ਡਿਫਾਈਨ ਕਰ ਸਕਦੇ ਹਾਂ। ਪਹਿਲਾਂ ਰਿਟਰਨ ਟਾਈਪ, ਫਿਰ ਫੰਕਸ਼ਨ ਦਾ ਨੇਮ, ਫਿਰ ਪੈਰਾਮੀਟਰ, ਫਿਰ ਕੋਈ ਡਿਕਲੇਰੇਸ਼ਨ ਹੋ ਗਈ, ਫਿਰ ਉਹਦੇ ਵਿੱਚ ਕੋਈ ਸਟੇਟਮੈਂਟਸ, ਫਿਰ ਰਿਟਰਨ ਵੈਲਿਊ। ਹੁਣ ਰਿਟਰਨ ਟਾਈਪ ਕੀ ਹੈ, ਰਿਟਰਨ ਟਾਈਪ ਇਜ਼ ਟਾਈਪ ਆਫ ਵੈਲਿਊ ਰਿਟਰਨਡ ਬਾਏ ਦਾ ਫੰਕਸ਼ਨ। ਜਿਹੜੀ ਵੈਲਿਊ ਆਪਾਂ ਫੰਕਸ਼ਨ ਤੋਂ ਰਿਟਰਨ ਕਰ ਰਹੇ ਹਾਂ ਉਹ ਰਿਟਰਨ ਟਾਈਪ ਹੈ। ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਰਿਟਰਨ ਟਾਈਪ ਮੇ ਵੀ ਵਾਈਡ, ਆਪਾਂ ਰਿਟਰਨ ਟਾਈਪ ਵਾਈਡ ਵੀ ਲਿਖ ਸਕਦੇ ਹਾਂ। ਵਾਈਡ ਦਾ ਮਤਲਬ ਨਲ ਹੁੰਦਾ ਹੈ ਕਿ ਇਹਦੇ ਵਿੱਚੋਂ ਆਪਾਂ ਕੋਈ ਵੀ ਵੈਲਿਊ ਇਸ ਫੰਕਸ਼ਨ ਦੇ ਵਿੱਚ ਕੋਈ ਵੀ ਵੈਲਿਊ ਰਿਟਰਨ ਨਹੀਂ ਕਰ ਸਕਦੇ।
ਕਰਨੀ ਹੈਗੀ ਤਾਂ ਇਸ ਕਰਕੇ ਉਹਦੀ ਰਿਟਰਨ ਟਾਈਪ ਵਾਇਡ ਵੀ ਲਿਖ ਸਕਦੇ ਹਾਂ। ਫਿਰ ਦੂਸਰਾ ਇਹਦਾ ਪਾਰਟ ਹੈ ਫੰਕਸ਼ਨ ਨੇਮ। ਫੰਕਸ਼ਨ ਨੇਮ ਕੋਈ ਵੀ ਫੰਕਸ਼ਨ ਨੇਮ ਹੋਊਗਾ, ਆਪਾਂ ਯੂਨੀਕ ਕਿਸੇ ਵੀ ਤਰ੍ਹਾਂ ਦਾ ਇੱਕ ਫੰਕਸ਼ਨ ਨੇਮ ਲਿਖ ਸਕਦੇ ਹਾਂ। ਇਹ ਜਿਵੇਂ ਆਪਾਂ ਪਹਿਲਾਂ ਵੇਰੀਏਬਲ ਦੇ ਨਾਮ 'ਚ ਕੀਤਾ ਸੀ ਕਿ ਉਸੇ ਤਰ੍ਹਾਂ ਫੰਕਸ਼ਨਸ ਦੇ ਨੇਮ ਦੇ ਵਿੱਚ ਵੀ ਆਪਾਂ ਉਸੇ ਤਰ੍ਹਾਂ ਨਾਲ ਹੀ ਲਿਖਾਂਗੇ ਕਿ ਜਿਵੇਂ ਉਹਦੇ ਵਿੱਚ ਕਰੈਕਟਰ ਹੋਣੇ ਚਾਹੀਦੇ ਆ, ਕੋਈ ਡਿਜਿਟ ਹੋ ਸਕਦਾ ਹੈ ਅਤੇ ਅੰਡਰਸਕੋਰ ਤੋਂ ਸਟਾਰਟ ਹੋ ਸਕਦਾ ਹੈ। ਕੋਈ ਵੀ ਅੰਡਰਸਕੋਰ ਜਾਂ ਡਿਜਿਟ ਤੋਂ ਕਰੈਕਟਰ ਤੋਂ ਸਟਾਰਟ ਹੋਊਗਾ। ਡਿਜਿਟ ਆਪਾਂ ਵਿੱਚ ਯੂਜ਼ ਕਰ ਸਕਦੇ ਹਾਂ, ਕੋਈ ਸਪੈਸ਼ਲ ਕਰੈਕਟਰ ਵਗੈਰਾ ਇਸ ਦੇ ਵਿੱਚ ਨਹੀਂ ਯੂਜ਼ ਕਰ ਸਕਦੇ। ਇਸ ਤੋਂ ਬਾਅਦ ਪੈਰਾਮੀਟਰਸ ਕੋਮਾ ਸੈਪਰੇਟਡ ਲਿਸਟ ਹੁੰਦੀ ਹੈ। ਆਪਾਂ ਕਿੰਨੇ ਵੀ ਪੈਰਾਮੀਟਰ ਇਹਦੇ ਵਿੱਚ ਭੇਜ ਸਕਦੇ ਹਾਂ। ਜਦੋਂ ਆਪਾਂ ਪੈਰਾਮੀਟਰ ਇਹਦੇ ਵਿੱਚ ਭੇਜਦੇ ਹਾਂ ਤਾਂ ਜੋ ਵੀ ਆਪਾਂ ਨੇ ਉੱਥੇ ਵੈਲਿਊਜ਼ ਲਿਖੀਆਂ ਹੁੰਦੀਆਂ ਨੇ ਉਹ ਪੈਰਾਮੀਟਰ ਦੇ ਵਿੱਚ ਸਟੋਰ ਹੋ ਜਾਂਦੀਆਂ ਨੇ। ਜਿੱਥੋਂ ਆਪਾਂ ਕੋਲ ਕਰਦੇ ਹਾਂ ਪੈਰਾਮੀਟਰ ਲਿਸਟ ਜੋ ਦਿੱਤੀ ਹੁੰਦੀ ਹੈ ਉਹਦੇ ਵਿੱਚ ਉਹ ਵੈਲਿਊਜ਼ ਆ ਜਾਂਦੀ ਹੈ, ਜਿਸ ਤੋਂ ਬਾਅਦ ਫੰਕਸ਼ਨ ਉਸ ਵੈਲਿਊਜ਼ ਉੱਤੇ ਓਪਰੇਟ ਕਰਦਾ ਹੈ। ਠੀਕ ਹੈ, ਪੈਰਾਮੀਟਰ ਲਿਸਟ ਜਿਹੜੀ ਹੁੰਦੀ ਹੈ ਉਹ ਆਪਣੀ ਓਪਸ਼ਨਲ ਹੁੰਦੀ ਆ, ਆਪਾਂ ਬਿਨਾਂ ਕਿਸੇ ਪੈਰਾਮੀਟਰ ਤੋਂ ਵੀ ਫੰਕਸ਼ਨ ਨੂੰ ਕੋਲ ਕਰ ਸਕਦੇ ਹਾਂ। ਇਸ ਤੋਂ ਬਾਅਦ ਵੈਲਿਊ ਕੋਈ ਵੀ ਵੈਲਿਊ ਹੈ ਜੋ ਆਪਾਂ ਇੱਕ ਰਿਜ਼ਲਟ ਬਣਾਉਂਦੇ ਹਾਂ ਫੰਕਸ਼ਨ ਦੇ ਵਿੱਚ, ਉਸ ਤੋਂ ਬਾਅਦ ਉਹਨੂੰ ਰਿਟਰਨ ਕਰਦੇ ਹਾਂ, ਉਹ ਇੱਕ ਵੈਲਿਊ ਹੈ, ਰਿਟਰਨ ਵੈਲਿਊ ਹੈ। ਜੇ ਆਪਾਂ ਨੇ ਕੋਈ ਵੈਲਿਊ ਰਿਟਰਨ ਕਰਨੀ ਹੈ ਤਾਂ ਆਪਣੀ ਰਿਟਰਨ ਡੇਟਾ ਟਾਈਪ ਕੋਈ ਦਿੱਤੀ ਹੋਊਗੀ, ਆਪਾਂ ਉਹ ਵੈਲਿਊ ਰਿਟਰਨ ਕਰਾਂਗੇ। ਜੇ ਵਾਇਡ ਹੋਈ ਤਾਂ ਆਪਾਂ ਕੋਈ ਵੀ ਡੇਟਾ ਵੈਲਿਊ ਰਿਟਰਨ ਨਹੀਂ ਕਰਾਂਗੇ। ਹੁਣ ਆਪਾਂ ਇੱਕ ਹੋਰ ਐਗਜ਼ਾਮਪਲ ਦੇਖ ਰਹੇ ਹਾਂ ਇਹਦੇ ਵਿੱਚ ਸਕਰੀਨ ਦੇ ਉੱਤੇ ਕਿ ਆਪਾਂ ਸਮ ਦਾ ਇੱਕ ਫੰਕਸ਼ਨ ਲੈਤਾ ਹੈ। ਹੁਣ ਆਪਾਂ ਸੀ ਦੀ ਇੱਕ ਐਗਜ਼ਾਮਪਲ ਕਰ ਰਹੇ ਹਾਂ ਜਿਹਦੇ ਵਿੱਚ ਸਮ ਇੱਕ ਫੰਕਸ਼ਨ ਲਿੱਤਾ ਹੋਇਆ, ਰਿਟਰਨ ਟਾਈਪ ਇੰਟ ਹੈ, 2 ਪੈਰਾਮੀਟਰ ਦਿੱਤੀ ਹੈ, ਉਸ 'ਚ ਸਿੱਧਾ ਆਪਾਂ ਰਿਟਰਨ ਸਟੇਟਮੈਂਟ ਦਿੱਤੀ ਹੈ n+1 2। ਨੀਚੇ ਜੋ ਮੇਨ ਫੰਕਸ਼ਨ ਹੈ ਜੋ ਆਪਾਂ ਨੂੰ ਕਿਸੇ ਵੀ ਪ੍ਰੋਗਰਾਮ ਲਿਖਣ ਦੇ ਵਿੱਚ ਮੇਨ ਫੰਕਸ਼ਨ ਲਿਖਣਾ ਹੀ ਹੁੰਦਾ ਹੈ ਹਮੇਸ਼ਾ, ਇੱਥੋਂ ਹੀ ਹਮੇਸ਼ਾ ਐਗਜੀਕਿਊਸ਼ਨ ਸਟਾਰਟ ਹੋਊਗੀ। ਉਸ 'ਚ ਨੰਬਰ ਲਿੱਤੇ ਗਏ ਨੇ, ਨੰਬਰ 1 ਅਤੇ ਨੰਬਰ 2 11 12 ਅਤੇ ਆਪਾਂ ਨੇ ਰਿਜ਼ਲਟ ਇੱਕ ਇੰਟੀਜਰ ਲੈ ਲਿਆ, ਵੇਰੀਏਬਲ ਡਿਕਲੇਅਰ ਕਰਤਾ। ਇਸ ਤੋਂ ਬਾਅਦ ਆਪਾਂ ਕੀ ਹੈ ਰਿਜ਼ਲਟ ਜਦੋਂ ਸਮ ਫੰਕਸ਼ਨ ਕੋਲ ਕੀਤਾ ਉਸ 'ਚ ਨੰਬਰ 1 ਅਤੇ ਨੰਬਰ 2 ਨੂੰ ਆਪਾਂ ਨੇ ਪਾਸ ਕੀਤਾ, ਉਹ ਸਮ ਫੰਕਸ਼ਨ ਦੇ n1 ਅਤੇ n2 ਦੇ ਵਿੱਚ ਸਟੋਰ ਹੋ ਜਾਂਦਾ। ਉਸ ਤੋਂ ਬਾਅਦ ਰਿਟਰਨ ਕਰਕੇ ਦੋਨਾਂ ਦਾ ਐਡ ਕਰਕੇ ਆਪਾਂ ਨੂੰ ਰਿਟਰਨ ਕਰ ਦਿੰਦਾ ਜੋ ਆਪਣੇ ਮੇਨ ਫੰਕਸ਼ਨ ਦੇ ਵਿੱਚ ਆ ਜਾਂਦਾ, ਜੋ ਰਿਜ਼ਲਟ ਦੇ ਵਿੱਚ ਪੈ ਜਾਂਦਾ। ਉਸ ਤੋਂ ਬਾਅਦ ਆਪਾਂ ਰਿਜ਼ਲਟ ਨੂੰ ਪ੍ਰਿੰਟ ਕਰਾ ਲੈਂਦੇ ਹਾਂ ਅਤੇ ਮੇਨ ਦੇ ਵਿੱਚ ਆਪਾਂ ਰਿਟਰਨ 0 ਕਰ ਦਿੰਦੇ ਹਾਂ ਕਿ ਜੋ ਕੰਪਾਈਲਰ ਨੂੰ ਪਤਾ ਲੱਗਦਾ ਕਿ ਐਗਜੀਕਿਊਸ਼ਨ ਪ੍ਰੋਪਰ ਹੋ ਗਈ। ਜੇ ਇਸ ਦੇ ਵਿੱਚ ਤੁਸੀਂ ਇਹਨਾਂ ਨੇ ਐਕਸਪ੍ਰੈਸ਼ਨ ਦਿੱਤੀ ਹੋਈ ਹੈ ਐਗਜ਼ਾਮਪਲ ਦੀ ਕਿ ਹਰ ਚੀਜ਼ ਕੀ ਚੀਜ਼ ਹੈ, ਰਿਟਰਨ ਟਾਈਪ ਕਿਹੜੀ ਹੈ, ਇੰਟੀਜਰ ਹੈ, ਫੰਕਸ਼ਨ ਨੇਮ ਸਮ ਹੈ, ਕੋਲਿੰਗ ਫੰਕਸ਼ਨ ਮੇਨ ਹੈ ਜੋ ਸਮ ਨੂੰ ਕੋਲ ਕਰ ਰਿਹਾ, ਪੈਰਾਮੀਟਰ ਪਾਸਿੰਗ ਮੈਥਡ ਪਾਸ ਬਾਏ ਵੈਲਿਊ ਹੈ ਜੋ ਆਪਾਂ ਅੱਗੇ ਪੜ੍ਹਾਂਗੇ ਕਿ ਪਾਸ ਬਾਏ ਵੈਲਿਊ ਅਤੇ ਪਾਸ ਬਾਏ ਰੈਫਰੈਂਸ ਕੀ ਹੁੰਦੇ ਨੇ। ਨੰਬਰ ਆਫ ਪੈਰਾਮੀਟਰਸ ਪਾਸਡ ਕਿੰਨੇ ਨੇ, ਉਹ 2 ਨੇ, 2 ਪੈਰਾਮੀਟਰਸ ਹੈ। ਐਕਚੁਅਲ ਪੈਰਾਮੀਟਰਸ ਕਿਹੜੇ ਨੇ, ਐਕਚੁਅਲ ਪੈਰਾਮੀਟਰ ਜੋ ਆਪਾਂ ਐਕਚੁਅਲੀ ਪਾਸ ਕੀਤੇ ਨੇ num1 ਅਤੇ num2। ਫੋਰਮਲ ਪੈਰਾਮੀਟਰਸ ਕਿਹੜੇ ਹੈਗੇ ਨੇ ਜੋ ਆਪਾਂ ਨੇ ਡਿਫਾਈਨ ਕੀਤੇ ਹੋਏ ਨੇ ਸਮ ਦੇ ਨਾਲ, ਉਹ ਫੋਰਮਲ ਪੈਰਾਮੀਟਰਸ ਦੇ n1 ਅਤੇ n2। ਅਤੇ ਫੰਕਸ਼ਨ ਰਿਟਰਨ ਕੀ ਕਰ ਰਿਹਾ, ਉਹ n1 ਅਤੇ n2 ਨੂੰ ਐਡ ਕਰਕੇ ਆਪਾਂ ਨੂੰ ਰਿਟਰਨ ਕਰ ਲਿਆ, ਇੱਕ ਇੰਟੀਜਰ ਵੈਲਿਊ ਰਿਟਰਨ ਕਰ ਰਿਹਾ। ਅਤੇ ਉਹ ਜੋ ਆਪਾਂ ਨੂੰ ਵੈਲਿਊ ਰਿਟਰਨ ਕੀਤੀ ਉਹ ਕਿਸ ਦੇ ਵਿੱਚ ਜਾ ਕੇ ਸਟੋਰ ਹੋਊਗੀ, ਕਿਹਦੇ ਦੁਆਰਾ ਕੈਚ ਕੀਤੀ ਜਾਊਗੀ, ਉਹ ਇੱਕ ਰਿਜ਼ਲਟ ਵੇਰੀਏਬਲ ਦੇ ਦੁਆਰਾ ਕੈਚ ਕੀਤੀ ਜਾਊਗੀ ਇਸ ਕੋਡ ਦੇ ਵਿੱਚ। ਇਹ ਸਾਰੀ ਐਕਸਪਲੇਨੇਸ਼ਨ ਸੀ ਕਿਵੇਂ ਕੋਡ ਐਗਜੀਕਿਊਟ ਹੁੰਦਾ ਸੀ ਇਹਦੇ ਵਿੱਚ, ਕੋਈ ਵੀ ਫੰਕਸ਼ਨ ਆਪਾਂ ਕਿਵੇਂ ਲਿਖਦੇ ਹਾਂ, ਉਹ ਕਿੱਥੋਂ ਕੋਲ ਹੁੰਦਾ ਅਤੇ ਉਧਰ ਦਾ ਡੇਟਾ ਰਿਜ਼ਲਟ ਕਿਵੇਂ ਆਪਣੇ ਕੋਲ ਆਉਂਦਾ ਹੈ। ਜੋ ਹੁਣ ਤੱਕ ਪੜ੍ਹਿਆ ਉਹ ਆਪਾਂ ਇੱਕ ਸਿੰਪਲ ਆਪਾਂ ਮੇਨ ਫੰਕਸ਼ਨ ਤੋਂ ਬਾਅਦ ਕੋਈ ਫੰਕਸ਼ਨ ਲਿਖਦੇ ਹਾਂ। ਇਸ ਤੋਂ ਬਾਅਦ ਜਿਵੇਂ ਯੂਜ਼ਰ ਡਿਫਾਈਨਡ ਫੰਕਸ਼ਨ ਜੋ ਸਮ ਫੰਕਸ਼ਨ ਹੈ ਉਹ ਇੱਕ ਤਰ੍ਹਾਂ ਦਾ ਯੂਜ਼ਰ ਡਿਫਾਈਨਡ ਫੰਕਸ਼ਨ ਹੀ ਹੈ ਕਿ ਯੂਜ਼ਰ ਵੱਲੋਂ ਹੀ ਡਿਫਾਈਨ ਕੀਤਾ ਗਿਆ ਹੈ। ਠੀਕ ਹੈ, ਯੂਜ਼ਰ ਡਿਫਾਈਨ ਫੰਕਸ਼ਨ ਹਮੇਸ਼ਾ ਡਿਕਲੇਅਰ ਜਾਂ ਡਿਫਾਈਨ ਕਰ ਸਕਦੇ ਹਾਂ। ਪਹਿਲਾਂ ਆਪਾਂ ਡਿਕਲੇਅਰ ਕਰਦੇ ਨੇ ਕਿ ਫੰਕਸ਼ਨ ਨੂੰ ਕੋਈ ਉਹਨਾਂ ਨੂੰ ਪਤਾ ਲੱਗ ਜਾਏ ਕਿ ਕਿਸ ਤਰ੍ਹਾਂ ਦਾ ਫੰਕਸ਼ਨ ਹੈ, ਮਤਲਬ ਉਹਨਾਂ ਦੇ ਕਿੰਨੇ ਪੈਰਾਮੀਟਰ ਨੇ, ਕੀ ਨਾਮ ਨੇ, ਕੀ ਰਿਟਰਨ ਟਾਈਪ ਹੈ। ਉਸ ਤੋਂ ਬਾਅਦ ਲੇਟਰ ਆਪਾਂ ਉਹਨਾਂ ਨੂੰ ਡਿਫਾਈਨ ਕਰ ਸਕਦੇ, ਉਹਦੇ ਐਕਚੁਅਲ ਕੋਡ ਲਿਖ ਸਕਦੇ ਜੋ ਵੀ ਐਗਜੀਕਿਊਸ਼ਨ ਉਹਦੇ ਵਿੱਚ ਹੋਊਗੀ। ਹੁਣ ਤੁਸੀਂ ਇਸ ਦੇ ਐਗਜ਼ਾਮਪਲ ਦੇ ਵਿੱਚ ਦੇਖ ਸਕਦੇ ਹੋ ਕਿ ਫੰਕਸ਼ਨ ਡਿਕਲੇਰੇਸ਼ਨ ਪਹਿਲਾਂ ਆਪਾਂ ਡਿਕਲੇਅਰ ਕੀਤਾ ਇੱਕ ਫੰਕਸ਼ਨ ਨੂੰ ਵਾਈਡ ਗ੍ਰੀਟਿੰਗ ਵਾਈਡ, ਇਹਦਾ ਮਤਲਬ ਕਿ ਰਿਟਰਨ ਟਾਈਪ ਕੋਈ ਨਹੀਂ ਹੈਗੀ ਅਤੇ ਕੋਈ ਪੈਰਾਮੀਟਰ ਨਹੀਂ ਆਪਾਂ ਪਾਸ ਕਰ ਰਿਹਾ। ਉਸ ਤੋਂ ਬਾਅਦ ਜਦੋਂ ਆਪਾਂ ਮੇਨ ਫੰਕਸ਼ਨ ਦੇ ਵਿੱਚ ਗ੍ਰੀਟਿੰਗ ਨੂੰ ਕੋਲ ਕੀਤਾ ਤਾਂ ਆਪਣੇ ਕੋਲ ਇੱਕ ਗ੍ਰੀਟਿੰਗ ਐਕਚੁਅਲ ਡੈਫੀਨੇਸ਼ਨ ਹੋਣੀ ਚਾਹੀਦੀ ਹੈ ਗ੍ਰੀਟਿੰਗ ਫੰਕਸ਼ਨ ਦੀ, ਜਿਹਦੇ ਵਿੱਚ ਕੋਡ ਲਿਖਿਆ ਹੋਵੇ, ਜੋ ਆਪਣੀ ਇਸ ਮੇਨ ਤੋਂ ਉੱਪਰ ਲਿਖੀ ਹੋਈ ਹੈ ਇੱਕ ਡਿਕਲੇਰੇਸ਼ਨ ਹੈ। ਇਸ ਦੇ ਰਾਈਟ ਸਾਈਡ ਤੁਸੀਂ ਦੇਖ ਸਕਦੇ ਹੋ ਆਪਾਂ ਗ੍ਰੀਟਿੰਗ ਫੰਕਸ਼ਨ ਦੀ ਡੈਫੀਨੇਸ਼ਨ ਲਿਖੀ ਹੈ। ਜਦੋਂ ਗ੍ਰੀਟਿੰਗ ਫੰਕਸ਼ਨ ਕੋਲ ਹੋਊਗਾ ਮੇਨ ਫੰਕਸ਼ਨ ਦੇ ਵਿੱਚੋਂ ਉਹਨੇ printf
ਸਟੇਟਮੈਂਟ ਹੈਲੋ ਵਰਡ ਐਗਜ਼ੀਕਿਊਟ ਕਰ ਦੇਣਾ ਹੈ ਅਤੇ ਉਸ ਤੋਂ ਬਾਅਦ ਉਹ ਦੁਬਾਰਾ ਆਪਣੇ ਕੋਲ ਮੇਨ ਫੰਕਸ਼ਨ ਦੇ ਵਿੱਚ ਆ ਜਾਊਗਾ। ਫਿਰ ਉਸ ਤੋਂ ਬਾਅਦ ਦੁਬਾਰਾ ਕੰਪਾਈਲਰ ਉਹਨੂੰ ਐਗਜ਼ੀਕਿਊਟ ਕਰਕੇ ਕਿ ਰਿਟਰਨ 0 ਹੋ ਕੇ ਕਿ ਸਾਰੀ ਐਗਜ਼ੀਕਿਊਸ਼ਨ ਪ੍ਰੋਪਰਲੀ ਹੈ ਅਤੇ ਆਪਾਂ ਨੂੰ ਐਗਜ਼ੀਕਿਊਟ ਕਰਕੇ ਦਿਖਾ ਦਊਗਾ। ਇਹ ਫੰਕਸ਼ਨ ਡਿਕਲੇਰੇਸ਼ਨ, ਕੋਲਿੰਗ ਅਤੇ ਡੈਫੀਨੇਸ਼ਨ ਆਫ ਫੰਕਸ਼ਨ ਹੈ। ਜੇ ਮੈਂ ਦੁਬਾਰਾ ਸਮਰਾਈਜ਼ ਕਰ ਦਿੰਦਾ ਹੈ, ਡਿਕਲੇਰੇਸ਼ਨ ਸਿਰਫ ਆਪਾਂ ਸੈਮੀਕੋਲਨ ਨਾਲ ਆਪਾਂ ਇੱਕ ਲਾਈਨ ਡਿਕਲੇਅਰ ਕਰ ਦਾਂਗੇ ਫੰਕਸ਼ਨ ਦਾ ਨਾਮ ਅਤੇ ਉਹਦੇ ਪੈਰਾਮੀਟਰ ਦੇ ਨਾਲ। ਕੋਲਿੰਗ ਦਾ ਮਤਲਬ ਕਿ ਕਿਸੇ ਫੰਕਸ਼ਨ ਦੇ ਵਿੱਚ ਉਸ ਫੰਕਸ਼ਨ ਨੂੰ ਕੋਲ ਕਰਨਾ, ਅਤੇ ਡੈਫੀਨੇਸ਼ਨ ਦਾ ਮਤਲਬ ਜੋ ਆਪਣੇ ਡਿਕਲੇਅਰ ਕੀਤਾ ਹੈ ਉਹਦੀ ਆਪਾਂ ਡੈਫੀਨੇਸ਼ਨ ਲਿਖਣੀ ਹੈ, ਉਹਦਾ ਐਕਚੁਅਲ ਕੋਡ ਉਹਦੇ ਵਿੱਚ ਲਿਖਣਾ, ਉਹਨੂੰ ਆਪਾਂ ਡੈਫੀਨੇਸ਼ਨ ਬੋਲਾਂਗੇ। ਹੁਣ ਆਪਾਂ ਇੱਕ ਫੰਕਸ਼ਨ ਦੀ ਡੈਫੀਨੇਸ਼ਨ ਕਰਦੇ ਹਾਂ ਜੋ ਪੈਰਾਮੀਟਰਸ ਨਾਲ ਹੈ। ਇਸ ਤੋਂ ਪਹਿਲਾਂ ਜੋ ਆਪਾਂ ਸੀ ਬਿਨਾਂ ਪੈਰਾਮੀਟਰਸ ਤੋਂ, ਹੁਣ ਪੈਰਾਮੀਟਰ ਦੇ ਨਾਲ। ਇਸ ਦੇ ਵਿੱਚ ਇੱਕ print1 ਫੰਕਸ਼ਨ ਹੈ ਜੋ ਆਪਾਂ ਪਹਿਲਾਂ ਡਿਕਲੇਅਰ ਕੀਤਾ ਅਤੇ ਉਹਦੇ ਵਿੱਚ ਇੱਕ ਪੈਰਾਮੀਟਰ ਦੇਤਾ ਇੰਟੈਕਸ। ਫਿਰ ਉਸ ਦਾ ਮੇਨ ਫੰਕਸ਼ਨ ਦੇ ਵਿੱਚ ਆਪਾਂ ਨੇ ਇੱਕ ਇੰਟੀਜਰ ਲੋਕਲ ਡਿਕਲੇਰੇਸ਼ਨ ਦਿੱਤੀ a=5। ਉਸ ਤੋਂ ਬਾਅਦ ਆਪਾਂ ਨੇ print1 ਉਹ ਜੋ ਵੈਲਿਊ ਸੀ ਆਪਾਂ ਨੇ ਕੋਲ ਕੀਤੀ print1 ਦੇ ਨਾਲ, ਤਾਂ ਇਹ ਆਪਣੀ ਡੈਫੀਨੇਸ਼ਨ ਦੇ ਵਿੱਚ print1 ਦੇ ਇੰਟੈਕਸ ਦੇ ਵਿੱਚ 5 ਵੈਲਿਊ ਚਲੀ ਗਈ। ਉਸ ਤੋਂ ਬਾਅਦ ਆਪਾਂ ਨੇ ਪ੍ਰਿੰਟ ਕਰਾਇਆ ਐਕਸ ਦੀ ਵੈਲਿਊ ਨੂੰ, ਅਤੇ ਫੰਕਸ਼ਨ ਤੋਂ ਦੁਬਾਰਾ ਰਿਟਰਨ ਹੋ ਕੇ ਮੇਨ ਦੇ ਵਿੱਚ ਆ ਗਏ ਅਤੇ ਆਪਣੀ ਐਗਜ਼ੀਕਿਊਸ਼ਨ ਪ੍ਰੋਪਰ ਹੋ ਜਾਂਦੀ। ਤੁਸੀਂ ਰਾਈਟ ਸਾਈਡ 'ਤੇ ਦੇਖ ਸਕਦੇ ਹੋ ਕਿ ਏ ਦੇ ਵਿੱਚ 5 ਵੈਲਿਊ ਸੀ, ਉਹ ਜਦੋਂ ਆਪਾਂ ਨੇ ਪੈਰਾਮੀਟਰ ਪਾਸ ਕੀਤਾ ਇਹ ਫੰਕਸ਼ਨ ਨੂੰ, ਤਾਂ ਐਕਸ ਦੇ ਵਿੱਚ ਵੀ ਆਪਣੇ ਕੋਲ 5 ਵੈਲਿਊ ਆ ਗਈ। ਇਸੇ ਤਰ੍ਹਾਂ ਨਾਲ ਇੱਕ ਹੋਰ ਐਗਜ਼ਾਮਪਲ ਹੈ, ਇਸ ਦੇ ਵਿੱਚ ਵੀ ਆਪਾਂ ਨੇ ਸਕੇਅਰ ਰੂਟ ਦਾ ਲਿੱਤਾ ਹੋਇਆ ਹੈ ਫੰਕਸ਼ਨ, ਇੱਕ ਸਕੇਅਰ ਕਰਨ ਦਾ, ਜਿਸ ਦੇ ਵਿੱਚ ਆਪਾਂ ਇੱਕ ਵੇਰੀਏਬਲ ਭੇਜਾਂਗੇ ਅਤੇ ਉਹ ਵੇਰੀਏਬਲ ਸਕੇਅਰ ਹੋ ਕੇ ਆਪਾਂ ਨੂੰ ਦੂਸਰੇ ਵੇਰੀਏਬਲ ਦੇ ਵਿੱਚ ਆ ਜਾਊਗਾ। ਜਿਵੇਂ ਤੁਸੀਂ ਦੇਖ ਸਕਦੇ ਹੋ ਦੋ ਵੇਰੀਏਬਲ ਇੱਥੇ ਏ ਅਤੇ ਬੀ, ਆਪਾਂ ਨੇ ਇੱਕ ਸਕੈਨ ਕਰਾਇਆ ਇਨਪੁੱਟ ਲਈ ਏ ਵੇਰੀਏਬਲ ਦੇ ਵਿੱਚ ਕੋਈ ਵੀ ਵੈਲਿਊ ਜੋ ਕੀਬੋਰਡ ਤੋਂ, ਉਸ ਤੋਂ ਆਪਾਂ ਨੇ ਸਕੇਅਰ ਫੰਕਸ਼ਨ ਕੋਲ ਕੀਤਾ। ਸਕੇਅਰ ਦੇ ਵਿੱਚ ਜਸਟ ਆਪਾਂ ਨੇ ਏ ਦੀ ਵੈਲਿਊ ਉਸ ਦੇ ਵਿੱਚ ਲੈ ਕੇ, ਜੋ ਏ ਦੀ ਵੈਲਿਊ ਆਪਾਂ ਨੇ ਇਨਪੁੱਟ ਦਿੱਤੀ ਸਪੋਜ਼ 5 ਦਿੱਤੀ ਸੀ, ਉਹ 5 ਵੈਲਿਊ ਆਪਣੇ ਇੰਟੈਕਸ ਦੇ ਵਿੱਚ ਆ ਗਈ ਅਤੇ ਰਿਟਰਨ ਆਪਾਂ ਨੇ ਕੀਤਾ x × x, ਮਤਲਬ 25 ਆਪਣੇ ਰਿਟਰਨ ਕਰਕੇ b ਵੇਰੀਏਬਲ ਦੇ ਵਿੱਚ ਪਾਤਾ। ਉਸ ਤੋਂ ਬਾਅਦ ਆਪਾਂ ਨੇ ਪ੍ਰਿੰਟ ਸਟੇਟਮੈਂਟ ਦੇ ਵਿੱਚ ਸਕੇਅਰਡ ਲਿਖ ਕੇ ਅਤੇ a ਅਤੇ b ਦੀ ਵੈਲਿਊ ਦਿੱਤੀ ਕਿ 5 ਦੀ ਵੈਲਿਊ 25 ਆਊਗੀ, ਉਹ ਆਪਾਂ ਨੇ ਐਗਜ਼ੀਕਿਊਟ ਕਰ ਲਈ। ਹੁਣ ਦੁਬਾਰਾ ਇਸ ਸਲਾਈਡ ਦੇ ਵਿੱਚ ਉਹੀ ਫੰਕਸ਼ਨ ਹੈਡਰ ਅਤੇ ਫੰਕਸ਼ਨ ਬੋਡੀ ਬਾਰੇ ਦੱਸਿਆ ਗਿਆ ਹੈ। ਫੰਕਸ਼ਨ ਹੈਡਰ 'ਚ ਉਹੀ ਆਪਾਂ ਫੰਕਸ਼ਨ ਰਿਟਰਨ ਟਾਈਪ ਕੀ ਹੈ, ਫਿਰ ਫੰਕਸ਼ਨ ਨੇਮ ਅਤੇ ਫੋਰਮਲ ਪੈਰਾਮੀਟਰ ਲਿਸਟ ਦਿੰਦੇ ਹਾਂ, ਅਤੇ ਉਹਦੇ ਵਿੱਚ ਬੋਡੀ ਦੇ ਵਿੱਚ ਆਪਾਂ ਕੋਈ ਵੀ ਲੋਕਲ ਸਟੇਟਮੈਂਟ, ਡਿਕਲੇਰੇਸ਼ਨ ਸਟੇਟਮੈਂਟਸ ਐਗਜ਼ੀਕਿਊਟ ਕਰਕੇ ਆਪਾਂ ਮੇਨ ਫੰਕਸ਼ਨ ਨੂੰ ਰਿਟਰਨ ਕਰਾਉਂਦੇ ਹਾਂ। ਫੰਕਸ਼ਨ ਸ਼ੁੱਡ ਬੀ ਐਕਸਪਲਿਸਿਟਲੀ ਡਿਫਾਈਨਡ। ਜੋ ਰਿਟਰਨ ਟਾਈਪ ਹੁੰਦੀ ਹੈ ਆਪਾਂ ਨੂੰ ਹਮੇਸ਼ਾ ਡਿਫਾਈਨ ਕਰਨੀ ਪਊਗੀ ਕਿ ਉਹਦੀ ਰਿਟਰਨ ਟਾਈਪ ਕੀ ਹੈ। ਆਪਣੀ ਜੇ ਕੋਈ ਵੀ ਰਿਟਰਨ ਟਾਈਪ ਨਹੀਂ ਹੈ ਦੇਣੀ ਹੈਗੀ ਆਪਾਂ, ਕਿ ਕੋਈ ਵੀ ਰਿਟਰਨ ਨਹੀਂ ਕਰਾਉਣਾ, ਤਾਂ ਆਪਾਂ ਉਹਦੇ ਅੱਗੇ ਵਾਇਡ ਲਿਖਾਂਗੇ ਕਿ ਕੋਈ ਵੀ ਰਿਟਰਨ ਟਾਈਪ ਨਹੀਂ ਹੈਗੀ, ਅਤੇ ਰਿਟਰਨ ਸਟੇਟਮੈਂਟ ਹਮੇਸ਼ਾ ਉਹਦੇ ਵਿੱਚ ਲਿਖਾਂਗੇ ਕਿ ਰਿਟਰਨ ਸਟੇਟਮੈਂਟ ਜੇ ਆਪਾਂ ਨੇ ਕੋਈ ਡੇਟਾ ਟਾਈਪ ਰਿਟਰਨ ਕਰਾਉਣੀ ਤਾਂ ਰਿਟਰਨ x+2, ਜਿਵੇਂ ਇਸ ਦੇ ਵਿੱਚ ਕੋਡ ਦੇ ਵਿੱਚ ਲਿਖਿਆ ਆਪਾਂ ਕੀ ਰਿਟਰਨ ਕਰਾ ਰਹੇ ਹਾਂ x+2 ਰਿਟਰਨ ਕਰਾ ਰਹੇ ਹਾਂ। ਉਵੇਂ ਦੂਜੀ ਐਗਜ਼ਾਮਪਲ ਦੇ ਵਿੱਚ ਲਿਖਿਆ ਹੈ ਕਿ ਕੁਛ ਵੀ ਰਿਟਰਨ ਨਹੀਂ ਕਰਾਦੇ, ਸਿਰਫ ਰਿਟਰਨ ਲਿਖਤਾ ਕਿ ਦੁਬਾਰੇ ਆਪਣਾ ਕੋਈ ਕੁਛ ਵੀ ਇਹਦਾ ਮਤਲਬ ਰਿਟਰਨ ਨਹੀਂ ਕਰਾ ਰਹੇ ਆਪਾਂ। ਇਸੇ ਤਰ੍ਹਾਂ ਹੀ ਅਗਲੀ ਇੱਕ ਹੋਰ ਐਗਜ਼ਾਮਪਲ ਲੈਤੀ ਹੋਈ ਹੈ। ਇਹ ਸਾਰੀ ਫੰਕਸ਼ਨ ਦੀ ਐਗਜ਼ਾਮਪਲ ਹੈ, ਜੋ ਵੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਰਿਹਾ ਸਿਰਫ ਐਗਜ਼ਾਮਪਲ ਦੀ ਨੇ ਕਿ ਫੰਕਸ਼ਨ ਇੱਕ ਬੇਸਿਕ ਚੀਜ਼ ਇਹੀ ਹੁੰਦੀ ਹੈ, ਡਿਕਲੇਰੇਸ਼ਨ ਅਤੇ ਉਹਦੀ ਡੈਫੀਨੇਸ਼ਨ ਅਤੇ ਉਹਦੀ ਕੋਲਿੰਗ। ਅਤੇ ਇਸ ਦੇ ਵਿੱਚ ਪੈਰਾਮੀਟਰ ਲਿਸਟ ਹੈ ਜੋ ਆਪਾਂ ਡਿਫਰੈਂਟ ਦੀ ਪੜ੍ਹੀ ਹੈ। ਹੁਣ 2 ਪੈਰਾਮੀਟਰ ਦੇ ਨਾਲ ਕੀਤੀ ਹੋਈ ਹੈ, ਜਿਸ ਦੇ ਵਿੱਚ ਸਮ ਕਰਕੇ ਆਪਾਂ x+y ਨੂੰ ਇੱਕ ਸਮ ਵੇਰੀਏਬਲ ਦੇ ਵਿੱਚ ਪਾ ਦਿੰਦੇ ਹਾਂ। ਉਸ ਤੋਂ ਬਾਅਦ ਜੇ ਆਪਾਂ ਰਿਟਰਨ ਕਰਾਉਣਾ ਉਸ ਟਾਈਮ 'ਤੇ ਵੀ ਆਪਾਂ ਉਸ 'ਤੇ ਕੋਈ ਐਗਜ਼ੀਕਿਊਸ਼ਨ ਕਰ ਸਕਦੇ ਹਾਂ, ਕੋਈ ਸਟੇਟਮੈਂਟ ਲਿਖ ਸਕਦੇ ਹਾਂ ਰਿਟਰਨ। ਇਹਦੇ ਵਿੱਚ ਰਿਟਰਨ ਡੇਟਾ ਟਾਈਪ ਡਬਲ ਹੈ, ਜਦੋਂ ਆਪਾਂ ਡਿਵਾਈਡ ਬਾਈ 2 ਕਰਦੇ ਤਾਂ ਡੈਸੀਮਲ 'ਚ ਵੀ ਵੈਲਿਊ ਆ ਸਕਦੀ ਹੈ, ਇਸ ਲਈ ਆਪਾਂ ਨੇ ਇਹਦੀ ਰਿਟਰਨ ਟਾਈਪ ਡਬਲ ਰੱਖੀ ਹੋਈ ਹੈ। ਹੁਣ ਆਪਾਂ ਥੋੜ੍ਹਾ ਜਿਹਾ ਤੁਹਾਨੂੰ ਮੈਂ ਐਕਚੁਅਲ ਅਤੇ ਫੋਰਮਲ ਪੈਰਾਮੀਟਰ ਬਾਰੇ ਦੱਸ ਦਿੰਦਾ। ਫੋਰਮਲ ਪੈਰਾਮੀਟਰ ਡਿਕਲੇਅਰ ਇਨ ਦਾ ਹੈਡਰ ਆਫ ਦਾ ਫੰਕਸ਼ਨ, ਜੋ ਆਪਣੇ ਫੋਰਮਲ ਪੈਰਾਮੀਟਰ ਜਾਂ ਜਦੋਂ ਆਪਾਂ ਡਿਕਲੇਰੇਸ਼ਨ ਕਰਦੇ ਹਾਂ ਫੰਕਸ਼ਨ ਦੇ ਵਿੱਚ, ਉਹਦੇ ਵਿੱਚ ਲਿਖਿਆ ਜਾਂਦਾ ਹੈ। ਐਕਚੁਅਲ ਪੈਰਾਮੀਟਰ ਕਿਹੜੇ ਹੁੰਦੇ ਨੇ, ਜਦੋਂ ਆਪਾਂ ਐਕਸਪ੍ਰੈਸ਼ਨ ਦੇ ਵਿੱਚ ਕੋਈ ਕੋਲਿੰਗ ਸਟੇਟਮੈਂਟ ਦਿੰਦੇ ਹਾਂ, ਉਸ ਫੰਕਸ਼ਨ ਨੂੰ ਕੋਲ ਕਰਦੇ ਹਾਂ, ਉਹ ਵੈਲਿਊਜ਼ ਪਾਸ ਕਰਦੇ ਨੇ, ਉਹ ਐਕਚੁਅਲ ਪੈਰਾਮੀਟਰ ਕਿ ਐਕਚੁਅਲੀ ਡੇਟਾ ਹੈ ਕੀ ਹੈ। ਹਮੇਸ਼ਾ ਫੋਰਮਲ ਅਤੇ ਐਕਚੁਅਲ ਪੈਰਾਮੀਟਰ ਦੇ ਜਿਹੜੇ ਡੇਟਾ ਟਾਈਪਸ ਹਮੇਸ਼ਾ ਮੈਚ ਹੋਣਗੀਆਂ ਅਤੇ ਇੱਕ ਆਰਡਰ ਦੇ ਵਿੱਚ ਹੋਣਗੀਆਂ। ਪਹਿਲੇ ਸਪੋਜ਼ ਪਹਿਲੇ ਦਾ ਪਹਿਲੇ 'ਚ ਹੀ ਜਾਊਗਾ, ਦੂਸਰੇ ਦਾ ਦੂਸਰੇ ਦੇ ਵਿੱਚ ਹੀ ਜਾਊਗਾ।
ਅਤੇ ਜੋ ਉਹਨਾਂ ਦਾ ਨਾਮ ਹੈ ਉਹ ਮੈਚ ਹੋਣ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ, ਉਹਨਾਂ ਦੀ ਮੈਚ ਹੋਣ ਦੀ ਕੋਈ ਲੋੜ ਨਹੀਂ ਹੈਗੀ। ਡਿਫਰੈਂਟ ਨਾਮ ਵੀ ਹੋਣ, ਫੋਰਮਲ ਪੈਰਾਮੀਟਰ ਅਤੇ ਐਕਚੁਅਲ ਪੈਰਾਮੀਟਰ ਦੇ ਵੇਰੀਏਬਲ ਦੇ ਨਾਮ ਡਿਫਰੈਂਟ ਹੋਣ ਤਾਂ ਵੀ ਚੱਲ ਜੂਗਾ। ਹੁਣ ਇਸ ਐਗਜ਼ਾਮਪਲ ਦੇ ਵਿੱਚ ਤੁਹਾਨੂੰ ਫੋਰਮਲ ਪੈਰਾਮੀਟਰ ਅਤੇ ਐਕਚੁਅਲ ਪੈਰਾਮੀਟਰ ਬਾਰੇ ਦੱਸ ਦਿੰਦੇ ਹਾਂ। ਜਿਵੇਂ ਇਸ 'ਚ ਫੰਕਸ਼ਨ ਡਿਕਲੇਰੇਸ਼ਨ ਮਲਟੀਪਲਾਈ ਲਿੱਤਾ ਹੈ, ਮਲਟੀਪਲਾਇਰ ਅਤੇ ਮਲਟੀਪਲੀਕੈਂਡ ਦੋ ਵੇਰੀਏਬਲ ਲਿੱਤੇ ਨੇ, ਇਹ ਫੋਰਮਲ ਪੈਰਾਮੀਟਰਸ ਨੇ ਇੱਕ ਤਰ੍ਹਾਂ ਦਾ। ਮੇਨ ਫੰਕਸ਼ਨ ਦੇ ਵਿੱਚ ਜਦੋਂ ਮਲਟੀਪਲਾਈ 6 ਅਤੇ 7 ਆਪਾਂ ਨੇ ਭੇਜਿਆ, ਇਹ ਐਕਚੁਅਲ ਪੈਰਾਮੀਟਰ ਨੇ। ਜਦੋਂ ਇਹ ਮਲਟੀਪਲਾਈ ਫੰਕਸ਼ਨ ਦੇ ਵਿੱਚ ਜਾਊਗਾ, ਇੰਟ ਐਕਸ ਅਤੇ ਇੰਟ ਵਾਈ ਦੇ ਵਿੱਚ ਸਟੋਰ ਹੋ ਜੂਗਾ, ਅਤੇ ਐਕਸ ਅਤੇ ਵਾਈ ਨੂੰ ਆਪਾਂ ਮਲਟੀਪਲਾਈ ਕਰਕੇ ਰਿਟਰਨ ਕਰ ਦਾਂਗੇ ਪ੍ਰੋਡਕਟ ਦੇ ਵਿੱਚ। ਇਹ ਮਲਟੀਪਲਾਈ ਦੇ ਵਿੱਚ ਐਗਜ਼ੀਕਿਊਟ ਹੋਣ ਤੋਂ ਬਾਅਦ ਪ੍ਰੋਡਕਟ ਦੇ ਵਿੱਚ ਆ ਜੂਗਾ। ਹੁਣ ਇਸ ਦੇ ਵਿੱਚ ਫੋਰਮਲ ਪੈਰਾਮੀਟਰ ਕਿਹੜੇ ਸੀ? ਮਲਟੀਪਲਾਇਰ ਅਤੇ ਮਲਟੀਪਲੀਕੈਂਡ। ਐਕਚੁਅਲ ਪੈਰਾਮੀਟਰ ਸੀ 6 ਅਤੇ 7। ਇਹ ਜੋ ਵੀ ਇਹ ਸਾਰੀ ਇਨਫੋਰਮੇਸ਼ਨ ਸੀ ਜੋ ਐਗਜ਼ਾਮਪਲਸ ਲਿੱਤੀਆਂ ਨੇ, ਇਹ ਸਾਰੀਆਂ ਫੰਕਸ਼ਨ ਕੋਲਸ ਫੰਕਸ਼ਨਸ ਦੇ ਬਾਰੇ ਸੀ। ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਨੈਕਸਟ ਵੀਡੀਓ ਵਿੱਚ ਆਪਾਂ ਫੰਕਸ਼ਨਸ ਬਾਰੇ ਕੁਛ ਹੋਰ ਜ਼ਿਆਦਾ ਦੇਖਾਂਗੇ ਕਿ ਕਿਵੇਂ ਪਾਸ ਬਾਏ ਵੈਲਿਊ ਜਾਂ ਕਿਵੇਂ ਪਾਸ ਬਾਏ ਰੈਫਰੈਂਸ ਹੁੰਦੀਆਂ ਨੇ। ਧੰਨਵਾਦ ਵੀਡੀਓ ਦੇਖਣ ਲਈ।